ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰਦੇ ਹਾਂ। ਅੱਜ ਅਸੀਂ ਬਾਬਾ ਫਰੀਦ ਜੀ ਦੇ ਸਲੋਕ ਨੰਬਰ 128 ਤੋਂ ਵਿਚਾਰ ਆਰੰਭ ਕਰਾਂਗੇ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1384 ਤੇ ਅੰਕਿਤ ਹੈ। ਮਤ ਹੁੰਦੀ ਹੋਏ ਇਆਣਾ, ਇਹਨੂੰ ਮਤ ਪੋਲਾ ਜਾਂ ਨਹੀਂ ਪੜਨਾ, ਮਤ ਹੁੰਦੀ, ਹੋਦੀ ਨਹੀਂ ਪੜਨਾ, ਹੁੰਦੀ, ਮਤ ਹੁੰਦੀ ਹੋਏ ਨਿਤ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਸ ਪਾਵਨ ਸ਼ਲੋਕ ਰਾਹੀਂ ਬਾਬਾ ਫਰੀਦ ਜੀ ਸਾਨੂੰ ਭਗਤ ਦੀ ਡੈਫੀਨੇਸ਼ਨ ਦੱਸ ਰਹੇ ਨੇ ਕਿ ਭਗਤ ਕੌਣ ਹੈ। ਔਰ ਇਹ ਸਾਡਾ ਇੱਕ ਬਹੁਤ ਵੱਡਾ ਮਸਲਾ ਵੀ ਹੁੰਦਾ ਹੈ, ਸਵਾਲ ਵੀ ਹੁੰਦਾ ਹੈ, ਸ਼ੰਕੇ ਵੀ ਹੁੰਦੇ ਨੇ। ਤੇ ਇਹ ਸ਼ਲੋਕ ਰਾਹੀਂ ਸਾਡੇ ਸਾਰੇ ਸ਼ੰਕੇ ਜਿਹੜੇ ਨੇ, ਵਹਿਮ ਭਰਮ ਦੂਰ ਹੋ ਜਾਣਗੇ ਕਿ ਅਸਲ ਦੇ ਅੰਦਰ ਰੱਬ ਦੀ ਭਗਤੀ ਹੈ ਕੀ। ਅਸੀਂ ਵਿਚਾਰਦੇ ਆਏ ਹਾਂ ਸ਼ੁਰੂ ਤੋਂ ਲੈ ਕੇ ਕਿ ਸਤ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਕਿ ਪ੍ਰਭੂ ਦੀ ਭਗਤੀ ਦਾ ਮਤਲਬ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਪ੍ਰਭੂ ਦੀ ਭਗਤੀ ਹੈ ਔਰ ਇਹਨਾਂ ਗੁਣਾਂ ਦੇ ਅੰਦਰ ਸਮਾ ਜਾਣਾ ਹੀ ਪ੍ਰਭੂ ਦੇ ਅੰਦਰ ਸਮਾ ਜਾਣਾ ਹੈ। ਇਹਨਾਂ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ। ਤਾਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ, ਮਤ ਹੁੰਦੀ ਹੋਏ ਇਆਣਾ। ਮਤ ਦਾ ਮਤਲਬ ਅਕਲ, ਹੋਏ ਦਾ ਮਤਲਬ ਬਣੇ, ਇਆਣਾ ਦਾ ਮਤਲਬ ਨਿਆਣਾ ਬੱਚਾ। ਅਕਲ ਦੇ ਹੁੰਦਿਆਂ ਵੀ ਅਣਜਾਣਾ ਬਣੇ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਅਕਲ ਹੁੰਦਿਆਂ ਬੰਦਾ ਬੱਚਿਆਂ ਵਾਲੇ ਕੰਮ, ਅਣਜਾਣਾ ਵਾਲੇ, ਮੂਰਖਾਂ ਵਾਲੇ ਕੰਮ ਕਰੇ, ਨਾ। ਇਹਦਾ ਮਤਲਬ ਹੈ ਕਿ ਜੇ ਤੁਹਾਡੇ ਕੋਲ ਅਕਲ ਹੈ ਤੇ ਉਸ ਅਕਲ ਦੇ ਬਲ ਦੇ ਨਾਲ ਦੂਜਿਆਂ ਦੇ ਉੱਤੇ ਦਬਾਅ ਨਾ ਬਣਾਏ, ਦੂਜਿਆਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਨਾ ਕਰੇ, ਇਮਾਨਦਾਰੀ ਵਰਤੇ। ਆਮ ਕੀ ਹੁੰਦਾ ਹੈ ਕਿ ਜਿਨ੍ਹਾਂ ਦੇ ਕੋਲ ਅਕਲ ਹੁੰਦੀ ਹੈ ਨਾ, ਗਿਆਨ ਹੁੰਦਾ ਹੈ, ਉਸ ਗਿਆਨ ਦੀ ਗਲਤ ਵਰਤੋਂ ਕਰਕੇ ਲੋਕਾਂ ਦਾ, ਦੂਜੇ ਲੋਕਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਨੇ। ਬਹੁਤ ਸਾਰੇ ਲੋਕ ਤੁਸੀਂ ਦੇਖਦੇ ਹੋ ਕਿ ਅਕਲ ਹੈ ਲੇਕਿਨ ਉਹ ਦੂਜਿਆਂ ਦਾ ਨਾਜਾਇਜ਼ ਲਾਭ ਉਠਾ ਰਹੇ ਨੇ, ਦੂਜਿਆਂ ਦੇ ਉੱਤੇ ਦਬਾਅ ਬਣਾ ਰਹੇ ਨੇ। ਔਰ ਕਈ ਵਾਰ ਹੁੰਦਾ ਹੈ ਕਿ ਅਕਲ ਵਾਲਾ ਬੰਦਾ ਦੂਜਿਆਂ ਦਾ ਮੌਜੂ ਵੀ ਉਡਾਉਂਦਾ ਹੈ, ਮਜ਼ਾਕ ਉਡਾਉਂਦਾ ਹੈ, ਉਹਨਾਂ ਨੂੰ ਨੀਵਾਂ ਵਿਖਾਉਂਦਾ ਹੈ। ਤਾਂ ਬਾਬਾ ਫਰੀਦ ਜੀ ਸਭ ਤੋਂ ਪਹਿਲੀ ਗੱਲ ਇਹ ਕਰਦੇ ਨੇ ਕਿ ਅਕਲ ਵਾਲਾ ਹੁੰਦਿਆਂ ਹੋਇਆਂ ਵੀ ਅਕਲ ਦੇ ਬਲ ਦੇ ਨਾਲ ਦੂਜਿਆਂ ਦੇ ਉੱਤੇ ਕੋਈ ਦਬਾਅ ਨਾ ਬਣਾਏ, ਉਸ ਅਕਲ ਦੀ ਨਾਜਾਇਜ਼ ਵਰਤੋਂ ਨਾ ਕਰੇ, ਕਿਸੇ ਦਾ ਇਮੋਸ਼ਨਲ, ਕਿਸੇ ਨੂੰ ਬਲੈਕਮੇਲ ਨਾ ਕਰੇ, ਆਰਥਿਕ ਔਰ ਮਾਨਸਿਕ ਸ਼ੋਸ਼ਣ ਨਾ ਕਰੇ। ਉਹ ਬੰਦਾ ਰੱਬ ਦਾ ਭਗਤ ਅਖਵਾ ਸਕਦਾ ਹੈ। ਯਾਨੀ ਆਪਣੇ ਗਿਆਨ ਦੀ ਸਹੀ ਵਰਤੋਂ ਕਰੇ, ਗਿਆਨ ਦੀ ਨਜਾਇਜ਼ ਵਰਤੋਂ ਨਾ ਕਰੇ। ਜਿਵੇਂ ਕਿ ਆਮ ਲੋਕ ਗਿਆਨ ਦੀ ਨਾਜਾਇਜ਼ ਵਰਤੋਂ ਕਰਦੇ ਨੇ, ਅਸੀਂ ਇਹ ਚੀਜ਼ਾਂ ਪਿੱਛੇ ਵਿਚਾਰ ਰਹੇ ਹਾਂ। ਆਪਣੇ ਗਿਆਨ ਦੇ ਨਾਲ ਕਿਸੇ ਨੂੰ ਆਪਣੇ ਅਧੀਨ ਬਣਾਉਣਾ, ਗਿਆਨ ਹੈ ਤੇ ਆਪਣਾ ਫ੍ਰੀ ਕੰਮ ਹੀ ਕਰਾਈ ਜਾਣਾ, ਜਾਂ ਕੁਝ ਐਸੀ ਗਲਤ ਵਰਤੋਂ ਕਰਨੀ। ਤਾਂ ਬਾਬਾ ਫਰੀਦ ਜਿਹੜੇ ਅਕਲ ਹੁੰਦਿਆਂ ਹੋਇਆਂ ਅਕਲ ਦੀ ਗਲਤ ਵਰਤੋਂ ਨਹੀਂ ਕਰਦੇ, ਦੂਜਿਆਂ ਦੇ ਉੱਤੇ ਕੋਈ ਦਬਾਅ ਨਹੀਂ ਬਣਾਉਂਦਾ, ਉਹ ਜਿਹੜਾ ਇਨਸਾਨ ਹੈ ਉਹਨੂੰ ਅਸੀਂ ਰੱਬ ਦਾ ਭਗਤ ਕਹਿ ਸਕਦੇ ਹਾਂ। ਇਹ ਹੈ ਰੱਬ ਦੀ ਭਗਤੀ। ਤਾਣ ਹੁੰਦੇ ਹੋਏ ਨਿਤਾਣਾ। ਤਾਣ ਦਾ ਮਤਲਬ ਬਲ, ਨਿਤਾਣਾ ਦਾ ਮਤਲਬ ਨਿਰਬਲ, ਕਮਜ਼ੋਰ। ਜ਼ੋਰ ਹੁੰਦਿਆਂ ਹੋਇਆਂ ਵੀ ਕਮਜ਼ੋਰਾਂ ਵਾਂਗ ਰਹੇ। ਤਾਕਤ ਹੈ ਲੇਕਿਨ ਆਪਣੇ ਆਪ ਨੂੰ ਨਿਤਾਣਾ ਸਮਝੇ। ਹੁਣ ਇਹਦਾ ਮਤਲਬ ਇਹ ਕਦਾਚਿਤ ਨਹੀਂ ਹੈ ਕਿ ਬੰਦਾ ਆਪਣੀ ਤਾਕਤ ਦੀ ਵਰਤੋਂ ਹੀ ਨਾ ਕਰੇ। ਮੇਰੇ ਅੰਦਰ ਕੰਮ ਕਰਨ ਦੀ ਤਾਕਤ ਹੈ ਤੇ ਮੈਂ ਕਹਾਂ ਮੈਂ ਤੇ ਨਿਤਾਣਾ ਰਹਿਣਾ, ਮੇਰੇ ਤੋਂ ਤੇ ਕੰਮ ਹੁੰਦਾ ਹੀ ਨਹੀਂ। ਇੱਥੇ ਇਹ ਨਹੀਂ ਹੈ ਮਤਲਬ ਇਹਦਾ। ਇਹਦਾ ਮਤਲਬ ਇਹ ਹੈ ਕਿ ਬਲ ਹੁੰਦਿਆਂ ਹੋਇਆਂ, ਤਾਕਤ ਹੁੰਦਿਆਂ ਹੋਇਆਂ ਕਿਸੇ ਦੂਜੇ ਦੇ ਉੱਤੇ ਧੱਕਾ ਨਾ ਕਰੇ। ਅਸੀਂ ਆਮ ਦੇਖਦੇ ਹਾਂ ਦੁਨੀਆ ਦੇ ਅੰਦਰ ਤਾਕਤਵਰ ਲੋਕ ਕਮਜ਼ੋਰ ਲੋਕਾਂ ਦੇ ਉੱਤੇ ਧੱਕਾ ਕਰਦੇ ਨੇ। ਬਹੁ ਗਿਣਤੀ ਲੋਕ ਘੱਟ ਗਿਣਤੀਆਂ ਦੇ ਉੱਤੇ ਧੱਕਾ ਕਰਦੇ ਨੇ। ਇਤਿਹਾਸ ਪੜ੍ਹ ਕੇ ਦੇਖ ਲਓ,
ਅੱਜ ਵੀ ਦੇਖ ਲਓ, ਬਹੁ ਗਿਣਤੀ ਲੋਕ ਘੱਟ ਗਿਣਤੀਆਂ ਤੇ ਧੱਕਾ ਕਰਦੇ ਨੇ। ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ ਉਹ ਕਮਜ਼ੋਰ ਲੋਕਾਂ ਤੇ ਧੱਕਾ ਕਰਦੇ ਨੇ। ਜਿਨ੍ਹਾਂ ਦੇ ਕੋਲ ਗਿਆਨ ਹੁੰਦਾ ਹੈ ਉਹ ਘੱਟ ਗਿਆਨ ਵਾਲਿਆਂ ਦੇ ਉੱਤੇ ਧੱਕਾ ਕਰਦੇ ਨੇ। ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ। ਔਰ ਐਸਾ ਹੁੰਦਾ ਆਇਆ ਹੈ, ਇਤਿਹਾਸ ਪੜ੍ਹ ਕੇ ਦੇਖੋ, ਲੱਖਾਂ ਲੋਕ ਕਤਲ ਕੀਤੇ ਗਏ ਨੇ ਤਾਣ ਦੇ ਸਿਰ ਤੇ, ਬਲ ਦੇ ਸਿਰ ਤੇ। ਜੇ ਬਲ ਹੈ ਤਾਂ ਉਹਦੀ ਸਹੀ ਵਰਤੋਂ ਕਰੋ, ਵਿਕਾਸ ਵਾਸਤੇ ਵਰਤੋਂ ਕਰੋ, ਕਿਸੇ ਦੂਜੇ ਦਾ ਸਹਿਯੋਗ ਕਰ ਦਿਓ, ਹਿਊਮਨ ਰਾਈਟਸ ਵਾਸਤੇ ਤੁਸੀਂ ਲੜ ਲਓ, ਚੰਗੇ ਕੰਮ ਵਾਸਤੇ ਉਸ ਤਾਣ ਨੂੰ, ਆਪਣੇ ਬਲ ਨੂੰ ਯੂਜ਼ ਕਰੋ। ਤਾਣ ਹੁੰਦਿਆਂ ਹੋਇਆਂ ਵੀ ਕਿਸੇ ਦੇ ਉੱਤੇ ਧੱਕਾ ਨਾ ਕਰੇ। ਧੱਕਾ ਕਰ ਸਕਦਾ ਹੈ, ਤਾਕਤ ਹੈ, ਪਰ ਬੰਦਾ ਧੱਕਾ ਕਰ ਨਹੀਂ ਰਿਹਾ, ਇਮਾਨਦਾਰੀ ਨਾਲ ਜ਼ਿੰਦਗੀ ਜੀ ਰਿਹਾ ਹੈ। ਸਗੋਂ ਉਹ ਜੋ ਐਨਰਜੀ ਹੈ, ਜੋ ਤਾਕਤ ਹੈ, ਉਹਦੀ ਉਹ ਸਹੀ ਵਰਤੋਂ ਕਰ ਰਿਹਾ ਹੈ, ਤਾਂ ਉਹਨੂੰ ਅਸੀਂ ਰੱਬ ਦਾ ਭਗਤ ਕਹਿ ਸਕਦੇ ਹਾਂ। ਹੁਣ ਇੱਕ ਬੰਦੇ ਦੇ ਅੰਦਰ ਜ਼ੋਰ ਹੈ ਹੀ ਨਹੀਂ, ਤਾਕਤ ਹੈ ਹੀ ਨਹੀਂ, ਤੇ ਉਹ ਕਵੇ ਮੈਂ ਨਿਤਾਣਾ ਹਾਂ। ਹੁਣ ਇੱਕ ਬੰਦਾ ਬਜ਼ੁਰਗ ਹੈ, ਵਜਨ ਚੁੱਕ ਹੀ ਨਹੀਂ ਸਕਦਾ, ਤੇ ਉਹ ਕਹੇ ਜੀ ਮੈਂ ਤੇ ਨਿਮਾਣਾ ਹਾਂ, ਮੈਂ ਤੇ ਨਿਤਾਣਾ ਹਾਂ, ਤਾਂ ਉਹ ਤਾਂ ਹੈ ਹੀ ਨਿਤਾਣਾ ਨਾ, ਚੁੱਕ ਹੀ ਨਹੀਂ ਸਕਦਾ, ਤੁਰ ਹੀ ਨਹੀਂ ਸਕਦਾ। ਜੇ ਇੱਕ ਬੰਦਾ ਚੋਰੀਆਂ ਕਰਦਾ ਰਿਹਾ ਤੇ ਅੱਜ ਉਹ ਬਜ਼ੁਰਗ ਹੋ ਕੇ ਮੰਜੇ ਤੇ ਬਹਿ ਗਿਆ ਤੇ ਉਹ ਕਹੇ ਮੈਂ ਚੋਰੀਆਂ ਛੱਡ ਦਿੱਤੀਆਂ ਨੇ, ਤਾਂ ਹੁਣ ਛੱਡੀਆਂ ਤੋੜੀਆਂ ਨੇ, ਹੁਣ ਤੇ ਛੁੱਟ ਗਿਆ ਨੇ, ਹੁਣ ਤੇ ਤੁਰਿਆ ਨਹੀਂ ਜਾਂਦਾ, ਤੇ ਚੋਰੀ ਕਰਕੇ ਭੱਜਣਾ ਕਿਵੇਂ? ਜੇ ਹੁਣ ਕਹੇ ਕਿ ਮੈਂ ਲੋਕਾਂ ਨਾਲ ਲੜਨਾ ਝਗੜਨਾ ਛੱਡ ਦਿੱਤਾ, ਹੁਣ ਤੇਰੇ ਤੋਂ ਬੋਲੇ ਹੀ ਨਹੀਂ ਜਾਂਦਾ, ਉੱਠੇ ਹੀ ਨਹੀਂ ਜਾਂਦਾ, ਤੇ ਛੁੱਟ ਗਿਆ, ਹੁਣ ਛੱਡਿਆ ਥੋੜਾ। ਤਾਕਤ ਹੁੰਦਿਆਂ ਹੋਇਆਂ ਕਿਸੇ ਦੇ ਉੱਤੇ ਧੱਕਾ ਨਾ ਕਰੇ, ਉਸ ਇਨਸਾਨ ਨੂੰ ਰੱਬ ਦਾ ਭਗਤ ਕਹਿ ਸਕਦੇ ਹਾਂ। ਅਗਲਾ ਬਚਨ ਕਰਦੇ, ਅਣਹੋਂਦੇ ਆਪ ਵੰਡਾਏ। ਇਹਨੂੰ ਅਣਹੋਂਦੇ ਨਹੀਂ ਪੜਨਾ, ਅਣਹੋਂਦੇ। ਅਣਹੋਂਦੇ ਦਾ ਮਤਲਬ ਜਦੋਂ ਕੁਝ ਵੀ ਦੇਣ ਜੋਗਾ ਨਾ ਹੋਵੇ, ਥੋੜਾ ਹੁੰਦਿਆਂ ਹੋਇਆਂ। ਅਣਹੋਂਦ ਦਾ ਮਤਲਬ ਹੈ ਕੋਈ ਚੀਜ਼ ਨਾ ਹੋਣੀ, ਘੱਟ ਕੁਝ ਹੋਣਾ। ਜੇ ਵੰਡਣ ਜੋਗਾ ਨਹੀਂ ਹੈ, ਅਣਹੋਂਦ ਹੈ, ਅਣਹੋਂਦੇ ਆਪ ਵੰਡਾਏ। ਜਦੋਂ ਕੁਝ ਵੀ ਦੇਣ ਜੋਗਾ ਨਾ ਹੋਵੇ, ਤਦੋਂ ਆਪਣਾ ਆਪ, ਆਪਣਾ ਹਿੱਸਾ ਵੰਡ ਦੇਵੇ। ਮੰਨ ਲਓ ਮੈਂ ਭੁੱਖਾ ਹਾਂ ਤੇ ਮੈਨੂੰ 4 ਪ੍ਰਸ਼ਾਦਿਆਂ ਦੀ ਜ਼ਰੂਰਤ ਹੁਣ, ਤਾਂ ਮੇਰੀ ਭੁੱਖ ਮਿਟਦੀ ਹੈ। ਤੇ ਸਪੋਜ਼ ਮੈਨੂੰ 4 ਰੋਟੀਆਂ ਮਿਲ ਗਈਆਂ, ਮੇਰੀ ਭੁੱਖ ਮਿਟਣ ਦਾ ਇੰਤਜ਼ਾਮ ਹੋ ਗਿਆ, ਤੇ ਮੇਰੇ ਕੋਲ ਇੱਕ ਹੋਰ ਮੇਰੇ ਤੋਂ ਵੀ ਵੱਧ ਭੁੱਖਾ ਆ ਗਿਆ। ਉਸ ਸਮੇਂ ਉਹਦੇ ਚੋਂ ਮੈਂ 2 ਰੋਟੀਆਂ ਉਹਨੂੰ ਦੇ ਦਿਆਂ। ਇਹਨੂੰ ਕਹਿੰਦੇ ਨੇ ਅਣਹੋਂਦ ਦੇ ਅੰਦਰ ਵੰਡਾਣਾ। ਹੁਣ ਇੱਕ ਦੇ ਕੋਲ ਬਹੁਤ ਜ਼ਿਆਦਾ ਹੈ, ਉਸਨੇ 2 ਨੰਬਰ ਦੇ ਧੰਦੇ ਕੀਤੇ ਨੇ, ਮਲਕ ਭਾਗੋ ਹੈ, ਤੇ ਮਲਕ ਭਾਗੋ ਲੰਗਰ ਲਾ ਦੇਵੇ, ਮਲਕ ਭਾਗੋ ਖੀਰ ਬਣਾ ਦੇਵੇ, ਪੂੜੇ ਬਣਾ ਦੇਵੇ, ਦੇਸੀ ਘਿਓ ਦੇ ਵਿੱਚੋਂ ਪੂੜੀਆਂ ਤਲੇ, ਉੱਥੇ 36 ਕਿਸਮ ਦੇ ਭੋਜਨ ਪਦਾਰਥ ਬਣਨ, ਤਾਂ ਉਹ ਤਾਂ ਠੱਗੀਆਂ ਦਾ ਸਮਾਨ ਹੈ, ਉਹਦੀ ਕੋਈ ਵਡਿਆਈ ਨਹੀਂ ਹੈ, ਲੁੱਟਿਆ ਹੀ ਲੋਕਾਂ ਦਾ। ਅਣਹੋਂਦ ਦੇ ਅੰਦਰ ਵੰਡਾਂਦਾ ਹੈ ਭਾਈ ਲਾਲੋ, ਜੋ ਬਿਲਕੁਲ 10 ਨਵਾਂ ਦੀ ਕਿਰਤ ਕਰ ਰਿਹਾ ਹੈ, ਤੇ ਆਪਣੇ ਪਰਿਵਾਰ ਦਾ ਹੀ ਗੁਜ਼ਾਰਾ ਹੁੰਦਾ ਹੈ, ਲੇਕਿਨ ਉਦੋਂ ਵੀ ਉਹ ਦੂਜਿਆਂ ਦੀ ਸੇਵਾ ਕਰਦਾ ਹੈ ਜਿੰਨੀ ਉਹ ਕਰ ਸਕਦਾ ਹੈ। ਅਣਹੋਂਦ ਦੇ ਅੰਦਰ ਵੀ ਜਦੋਂ ਕਿ ਉਹ ਕੁਝ ਕਰਨ ਜੋਗਾ ਨਹੀਂ ਹੈ, ਉਦੋਂ ਵੀ ਕੁਝ ਭਲਾ ਕਰਨ ਦਾ ਯਤਨ ਕਰੇ। ਉਹ ਐਸਾ ਭਗਤ ਸਦਾਏ। ਕੋ ਦਾ ਮਤਲਬ ਕੋਈ ਐਸਾ ਇਨਸਾਨ ਜਿਹੜਾ ਹੈ ਭਗਤ ਅਖਵਾ ਸਕਦਾ ਹੈ। ਕਿਸੇ ਅਜਿਹੇ ਮਨੁੱਖ ਨੂੰ ਭਗਤ ਆਖਣਾ ਚਾਹੀਦਾ ਹੈ, ਐਵੇਂ ਜਣੇ ਖਣੇ ਨੂੰ ਭਗਤ ਨਹੀਂ ਕਹਿਣਾ। ਔਰ ਐਵੇਂ ਕੋਈ ਭਗਤ ਨਹੀਂ ਹੋ ਜਾਂਦਾ ਕਿ ਜੇ ਕੋਈ ਮਾਲਾ ਬਹੁਤ ਫੇਰ ਰਿਹਾ ਹੈ, ਜਿਵੇਂ ਆਮ ਲੋਕ ਕਹਿੰਦੇ ਨੇ ਵੀ ਸਾਡੇ ਬਾਬਾ ਜੀ ਬੜੇ ਕਮਾਈ ਵਾਲੇ ਨੇ। ਕਮਾਈ ਕੀ ਕਰਦੇ ਨੇ ਜੀ? ਮਾਲਾ ਫੇਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਭਗਤ ਨੇ ਜੀ ਬਹੁਤ ਵੱਡੇ। ਤਾਂ ਉਹਦੇ ਵਾਸਤੇ ਪੂਰੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਬਾਣੀ ਪੜ੍ਹ ਲਓ। ਕਿਸੇ ਵੀ ਐਸੇ ਬੰਦੇ ਨੂੰ ਭਗਤ ਜਾਂ ਮਹਾਤਮਾ ਜਾਂ ਰੱਬ ਦਾ ਪਿਆਰਾ ਨਹੀਂ ਕਿਹਾ। ਇਹਨਾਂ ਚੀਜ਼ਾਂ ਦਾ ਤਾਂ ਬਾਣੀ ਦੇ ਅੰਦਰ ਸਗੋਂ ਭਰਵਾਂ ਖੰਡਨ ਕੀਤਾ ਗਿਆ ਹੈ। ਤਾਂ ਇਹੋ ਜਿਹਾ ਇਨਸਾਨ ਕੋਈ ਭਗਤੀ ਅਖਵਾਉਣ ਦੇ ਹੱਕਦਾਰ ਹੈ। ਅਸੀਂ ਉਹਨੂੰ ਭਗਤ ਨਹੀਂ ਕਹਿ ਸਕਦੇ ਕਿ ਜੋ ਦੁਨੀਆ ਨੂੰ ਛੱਡ ਕੇ ਚਲਾ ਗਿਆ, ਜੋ ਜਿਹੜਾ ਜੰਗਲਾਂ ਵਿੱਚ ਵਿਚਰ ਰਿਹਾ ਹੈ,
ਜਾਂ ਜਿਹੜਾ ਬੰਦਾ ਪਹਾੜਾਂ ਤੇ ਚੜਿਆ ਬੈਠਾ ਹੈ, ਕੰਦਰਾਂ ਵਿੱਚ ਵੜਿਆ ਹੋਇਆ ਹੈ, ਭੋਰਿਆਂ ਦੇ ਵਿੱਚ ਵੜਿਆ ਹੋਇਆ ਹੈ, ਮਾਲਾ ਫੇਰ ਰਿਹਾ ਹੈ, ਵਿਖਾਵੇ ਦੀਆਂ ਸਮਾਧੀਆਂ ਲਾ ਰਿਹਾ ਹੈ, ਜਪ ਤਪ ਸੰਜਮ ਕਰ ਰਿਹਾ ਹੈ, ਜਾਂ ਕਿ ਉਹ ਵਰਤਨ ਰਾਤ ਤੇ ਸਰਾਧਾਂ ਦੇ ਵਿੱਚ ਉਲਝਿਆ ਹੋਇਆ ਹੈ, ਉਹਨੂੰ ਭਗਤ ਨਹੀਂ ਕਿਹਾ ਜਾ ਸਕਦਾ ਬਿਲਕੁਲ ਵੀ। ਉਹ ਰੱਬ ਦਾ ਪਿਆਰਾ ਨਹੀਂ ਹੋ ਸਕਦਾ। ਤਾਂ ਭਗਤ ਅਖਵਾਣ ਦਾ ਹੱਕਦਾਰ ਕੌਣ ਹੈ? ਮਤ ਹੁੰਦੀ ਹੋਈ ਇਆਣਾ, ਅਕਲ ਵਾਲਾ ਬੰਦਾ ਹੋਵੇ, ਅਕਲ ਦੀ ਵਰਤੋਂ ਕਰੇ। ਜਿਵੇਂ ਅਸੀਂ ਪਾਵਨ ਬਾਣੀ ਵਿੱਚ ਵਿਚਾਰ ਰਹੇ ਹਾਂ, ਅਕਲੀ ਸਾਹਿਬ ਸੇਵੀ ਹੈ। ਜਿਵੇਂ ਕਿ ਅਸੀਂ ਗੁਰੂ ਤੋਂ ਮੰਗਦੇ ਹੀ ਅਕਲ ਆ, ਅਸੀਂ ਆਉਂਦੇ ਹੀ ਗੁਰੂ ਦੀ ਹਜ਼ੂਰੀ ਵਿੱਚ ਅਕਲ ਲੈਣ ਵਾਸਤੇ ਆ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਇੱਥੇ ਅਕਲ ਦੀ ਹੀ ਮੰਗ ਕੀਤੀ ਜਾਂਦੀ ਹੈ। ਉੱਤਮ ਮਤ ਮੇਰੇ ਹਿਰਦੇ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੁਹਿ ਲਾਗੇ ਨਾਉ। ਕਿ ਇਹ ਉੱਤਮ ਮਤ ਮੇਰੇ ਹਿਰਦੇ ਦੇ ਅੰਦਰ, ਮੇਰੀ ਸੋਚ ਦੇ ਅੰਦਰ ਆ ਕੇ ਵਸ, ਜਿਸ ਕਰਕੇ ਮੈਂ ਰੱਬੀ ਗੁਣਾਂ ਨੂੰ ਗਾ ਸਕਾਂ, ਮੈਨੂੰ ਰੱਬੀ ਗੁਣ ਚੰਗੇ ਲੱਗਣ ਔਰ ਮੈਂ ਰੱਬੀ ਰਜ਼ਾ ਵਿੱਚ ਤੁਰ ਸਕਾਂ। ਅਕਲ ਵਾਲਾ ਬੰਦਾ ਹੋਵੇ, ਲੇਕਿਨ ਉਸ ਅਕਲ ਦਾ ਮਿਸਯੂਜ਼ ਨਾ ਕਰੇ। ਆਪਣੇ ਗਿਆਨ, ਆਪਣੀ ਅਕਲ ਦੇ ਨਾਲ ਦੂਜਿਆਂ ਨੂੰ ਨੀਵਾਂ ਨਾ ਵਿਖਾਏ, ਦੂਜਿਆਂ ਦਾ ਸ਼ੋਸ਼ਣ ਨਾ ਕਰੇ। ਬਲਸ਼ਾਲੀ ਹੋਵੇ, ਬੰਦੇ ਨੂੰ ਬਲਸ਼ਾਲੀ ਹੋਣਾ ਚਾਹੀਦਾ ਹੈ। ਪਾਵਨ ਬਾਣੀ ਵਿੱਚ ਬਚਨ ਆਇਆ ਹੈ, ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇਹੀ ਕੋ ਪਾਲ। ਦੇਹੀ ਦੀ ਪਾਲਣਾ ਪੋਸ਼ਣਾ ਕਰਨੀ ਹੈ, ਚੰਗੀ ਖੁਰਾਕ ਖਾਣੀ ਹੈ ਜਿਸ ਦੇ ਨਾਲ ਬੰਦਾ ਅਰੋਗ ਰਹੇ, ਕਸਰਤ ਆਦਿ ਕਰਨੀ ਹੈ ਜਿਸ ਦੇ ਨਾਲ ਬੰਦਾ ਰੋਗਾਂ ਸੋਗਾਂ ਤੋਂ ਬਚਿਆ ਰਹੇ, ਤਾਕਤ ਚਾਹੀਦੀ ਹੈ ਸਰੀਰ ਦੇ ਅੰਦਰ ਜਿਸ ਦੇ ਨਾਲ ਬੰਦਾ ਕਿਰਤ ਕਰ ਸਕੇ। ਕਿਉਂਕਿ ਜੇ ਤਾਕਤ ਨਹੀਂ ਹੈ, ਸਰੀਰ ਵਿੱਚ ਕੁਝ ਵੀ ਨਹੀਂ ਕਰ ਸਕੋਗੇ। ਸਾਨੂੰ ਪੜਨ ਵਾਸਤੇ ਤਾਕਤ ਚਾਹੀਦੀ ਹੈ, ਸਰੀਰ ਅਰੋਗ ਚਾਹੀਦਾ, ਬਿਮਾਰ ਬੰਦਾ ਨਹੀਂ ਨਾ ਪੜ ਪਾਏਗਾ। ਜੇ ਸਰੀਰ ਕਮਜ਼ੋਰ ਹੈ, ਬੰਦਾ ਕਿਰਤ ਨਹੀਂ ਕਰ ਪਾਏਗਾ, ਦੂਜੇ ਦੀ ਹੈਲਪ ਨਹੀਂ ਕਰ ਪਾਏਗਾ, ਆਪਣੇ ਆਪ ਨੂੰ ਨਹੀਂ ਸੰਭਾਲ ਪਾਏਗਾ। ਇਸ ਲਈ ਤਾਕਤ ਚਾਹੀਦੀ ਹੈ। ਪਰ ਗੁਰੂ ਜੀ ਕਹਿੰਦੇ ਨੇ, ਤਾਕਤ ਦੇ ਹੁੰਦਿਆਂ ਹੋਇਆਂ ਕਿਸੇ ਤੇ ਧੱਕਾ ਨਾ ਕਰੇ। ਇਹ ਤਾਕਤ ਕਿਸੇ ਤੇ ਧੱਕਾ ਕਰਨ ਲਈ ਨਹੀਂ ਹੈ, ਪਾਪ ਕਰਮ ਕਰਨ ਵਾਸਤੇ ਨਹੀਂ ਹੈ। ਧੱਕਾ ਨਾ ਕਰੇ। ਅਣਹੋਂਦੇ ਆਪ ਵੰਡਾਏ, ਅਣਹੋਂਦ ਦੇ ਅੰਦਰ ਵੀ ਜਦੋਂ ਕੁਝ ਵੀ ਦੇਣ ਜੋਗਾ ਨਹੀਂ ਹੈ, ਤਾਂ ਫਿਰ ਵੀ ਯਤਨ ਕਰੇ ਕਿਸੇ ਦਾ ਸਹਿਯੋਗ ਕਰਨ ਦਾ। ਜਿਵੇਂ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਦਸਵੰਧ ਦਾ ਮਤਲਬ ਜਾਂ ਕੁਝ ਦੇਣ ਦਾ ਮਤਲਬ ਸਿਰਫ ਪੈਸਾ ਦੇਣਾ ਹੀ ਨਹੀਂ ਹੈ। ਹੁਣ ਦੇਖੋ, ਜਿਨ੍ਹਾਂ ਦੇ ਕੋਲ ਪੈਸਾ ਹੈ, ਜੋ ਸਹਿਯੋਗ ਕਰ ਸਕਦੇ ਨੇ ਕਿਸੇ ਦਾ, ਉਹਨਾਂ ਕੋਲ ਪੈਸਾ ਹੈ, ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ। ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦਿਓ, ਉਹਦੀ ਸਹਾਇਤਾ ਕਰ ਸਕਦੇ ਹੋ। ਕਿਸੇ ਨੰਗੇ ਨੂੰ ਵਸਤਰ ਦੇ ਸਕਦੇ ਹੋ, ਭੁੱਖੇ ਨੂੰ ਭੋਜਨ ਦੇ ਸਕਦੇ ਹੋ, ਤਾਂ ਦੇਣਾ ਚਾਹੀਦਾ। ਉਹਦਾ ਖੰਡਨ ਨਹੀਂ ਹੈ, ਦੇਣਾ ਚਾਹੀਦਾ ਹੈ। ਲੇਕਿਨ ਕਈ ਵਾਰ ਕੋਈ ਗਰੀਬ ਬੰਦਾ ਹੈ ਜਿਸ ਦੇ ਕੋਲ ਪੈਸਾ ਨਹੀਂ ਹੈ, ਤਾਂ ਫਿਰ ਉਹ ਕੀ ਕਰੇਗਾ? ਉਹ ਫਿਰ ਕੀ ਕਰੇ? ਤਾਂ ਉਹਦੇ ਵਾਸਤੇ ਇੱਕੋ ਹੀ ਹੈ ਕਿ ਉਹ ਕੋਈ ਨਾ ਕੋਈ ਗੁਣ ਵੰਡ ਸਕਦਾ ਹੈ। ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ, ਜਿਵੇਂ ਹੁਣ ਮੈਂ ਹਾਂ, ਤਾਂ ਮੇਰੇ ਕੋਲ ਪੈਸਾ ਦੇਣ ਵਾਸਤੇ ਜੇ ਨਹੀਂ, ਤਾਂ ਮੈਂ ਕਿਸੇ 2-4 ਵੀਰਾਂ ਭੈਣਾਂ ਨੂੰ ਗੁਰਬਾਣੀ ਸੰਥਿਆ ਦੇ ਸਕਦਾ ਹਾਂ, ਗੁਰਬਾਣੀ ਦੇ ਨਾਲ ਜੋੜ ਸਕਦਾ ਹਾਂ, ਗੁਰਬਾਣੀ ਦੇ ਅਰਥ ਸਮਝਾ ਸਕਦਾ ਹਾਂ, ਪੰਜਾਬੀ ਪੜ੍ਹਾ ਸਕਦਾ ਹਾਂ। ਤਾਂ ਮੈਂ ਇਹ ਕੰਮ ਕਰਦੇ ਹਾਂ, ਇਹ ਵੰਡਾਣਾ ਹੀ ਹੋਏਗਾ। ਜੇ ਕੋਈ ਭੈਣ ਹੈ, ਕੋਈ ਮਾਤਾ ਹੈ, ਬਜ਼ੁਰਗ ਹੈ, ਹੁਣ ਉਹਦੇ ਕੋਲ ਪੈਸਾ ਨਹੀਂ ਹੈ, ਗਿਆਨ ਹੋਰ ਨਹੀਂ ਹੈ, ਤਾਂ ਘੱਟ ਤੋਂ ਘੱਟ ਜੇ ਲੰਗਰ ਪ੍ਰਸ਼ਾਦਾ ਬਹੁਤ ਚੰਗਾ ਬਣਾਉਂਦੀ ਹੈ, ਤੇ 2-4 ਬੀਬੀਆਂ ਨੂੰ ਕੋਈ ਲੰਗਰ ਪ੍ਰਸ਼ਾਦਾ ਬਣਾਉਣੀ ਸਿਖਾ ਦੇਵੇ, ਜਿਸ ਦੇ ਨਾਲ ਉਹ ਆਪਣਾ ਲੰਗਰ ਪ੍ਰਸ਼ਾਦਾ ਵਧੀਆ ਬਣਾ ਲੈਣ। ਕੋਈ ਬਜ਼ੁਰਗ ਹੈ, ਉਹਦੇ ਕੋਲ ਵੰਡਣ ਵਾਸਤੇ ਕੁਝ ਨਹੀਂ, ਤਾਂ ਆਪਣੇ ਪੋਤਰੀਆਂ ਪੋਤਰੇ, ਦੋਤਰੀਆਂ ਦੋਤਰੇ, ਜਾਂ ਗੁਆਂਢੀਆਂ ਦੇ 4 ਬੱਚੇ ਇਕੱਠੇ ਕਰਕੇ ਉਹਨਾਂ ਨੂੰ ਪੰਜਾਬੀ ਪੜ੍ਹਾ ਦੇਵੇ, ਜਾਂ ਉਹਨਾਂ ਨੂੰ ਮਾਂ-ਬਾਪ ਦਾ ਆਦਰ ਸਤਿਕਾਰ ਕਰਨਾ ਸਿਖਾ ਦੇਵੇ। ਬੱਚਿਓ, ਵੱਡਿਆਂ ਦਾ ਸਤਿਕਾਰ ਕਰੀਦਾ ਹੈ, ਬੱਚਿਓ ਲੜੀਦਾ ਨਹੀਂ, ਸਕੂਲ ਦਾ ਕੰਮ ਠੀਕ ਢੰਗ ਦੇ ਨਾਲ ਕਰੀਦਾ, ਇੰਨਾ ਹੀ ਕਰ ਦੇਵੇ। ਜੇ ਕੋਈ ਕੰਪਿਊਟਰ ਦਾ ਮਾਸਟਰ ਹੈ, ਤਾਂ 2-4 ਬੰਦਿਆਂ ਨੂੰ ਬੇਸਿਕ ਕੰਪਿਊਟਰ ਸਿਖਾ ਦੇਵੇ। ਜੇ ਕੋਈ ਇੰਗਲਿਸ਼ ਬੋਲ ਸਕਦਾ ਹੈ, ਤੇ ਉਹ ਸਾਡੇ ਵਰਗਿਆਂ ਨੂੰ 2-4 ਵਰਡ ਇੰਗਲਿਸ਼ ਤੇ ਸਿਖਾ ਦੇਵੇ। ਕਹਿਣ ਦਾ ਮਤਲਬ, ਜੋ ਵੀ ਤੁਹਾਡੇ ਕੋਲ ਹੈ ਉਹਨੂੰ ਅੱਗੇ ਵੰਡ ਸਕੋ, ਵੰਡ ਦੇਵੇ। ਅਣਹੋਂਦੇ ਆਪ ਵੰਡਾਏ, ਇਸੇ ਨੂੰ ਕਹਿੰਦੇ ਨੇ। ਉਹ ਐਸਾ ਭਗਤ ਸਦਾਏ, ਕੋਈ ਐਸਾ ਮਨੁੱਖ ਭਗਤ ਸਦਵਾਨ ਦਾ ਹੱਕਦਾਰ ਹੈ। ਕਿਸੇ ਐਸੇ ਬੰਦੇ ਨੂੰ ਭਗਤ ਕਹਿਣਾ ਚਾਹੀਦਾ ਹੈ। ਤਾਂ ਦੇਖੋ, ਹੁਣ ਰੱਬ ਦੀ ਜੋ ਭਗਤੀ ਦਾ ਕਨਸੈਪਟ ਹੈ, ਕਿੰਨਾ ਕਲੀਅਰ ਹੋ ਗਿਆ ਇੱਥੇ, ਕਿ ਰੱਬ ਦੀ ਭਗਤੀ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ।
ਇੱਕ ਦੂਜੇ ਦਾ ਸਹਿਯੋਗ ਕਰਨਾ, ਚੰਗੇ ਕਰਮ ਕਰਨੇ ਹੀ ਰੱਬ ਦੀ ਭਗਤੀ ਹੈ, ਉਹੀ ਰੱਬ ਦਾ ਭਗਤ ਹੈ। ਹੁਣ ਇੱਥੇ ਜ਼ਰੂਰੀ ਨਹੀਂ ਕਿ ਰੱਬ ਦਾ ਭਗਤ ਕੋਈ ਚੋਲਾ ਪਾਏਗਾ ਤਾਂ ਹੀ ਹੋਏਗਾ, ਮਾਲਾ ਪਾਏਗਾ ਤਾਂ ਹੀ ਹੋਏਗਾ, ਪੈਂਟ ਸ਼ਰਟ ਵਾਲਾ ਬੰਦਾ ਨਹੀਂ। ਤਾਂ ਇੱਥੇ ਪੈਂਟ ਸ਼ਰਟ ਵਾਲਾ ਬੰਦਾ ਵੀ ਕੋਈ ਕੰਮ ਕਰ ਸਕਦਾ ਹੈ, ਕਮੀਜ਼ ਪਜਾਮੇ ਵਾਲਾ ਵੀ ਕਰ ਸਕਦਾ, ਚੋਲੇ ਵਾਲਾ ਵੀ ਕਰ ਸਕਦਾ। ਇੱਥੇ ਪਹਿਨਾਵੇ ਦੀ ਗੱਲ ਹੀ ਨਹੀਂ। ਇਹ ਕੰਮ ਕਰਨ ਵਾਸਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਤਿਆਗ ਕਰਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ। ਇਹ ਤੇ ਡਾਇਰੈਕਟ ਗੱਲ ਹੈ, ਸਿੱਧੀ ਗੁਣਾਂ ਦੇ ਨਾਲ ਅਸਾਂ ਜੁੜਨਾ ਹੈ। ਇੱਕ ਫਿੱਕਾ ਨਾ ਗਾਲ ਆਏ ਸਭਨਾ ਮੈਂ ਸੱਚਾ ਤਣੀ। ਇੱਕ ਦਾ ਮਤਲਬ ਕਿਸੇ ਨੂੰ, ਗਾਲਾਏ ਦਾ ਮਤਲਬ ਬੋਲਣਾ, ਨਾ ਗਾਲਾਏ ਨਾ ਬੋਲ। ਇੱਕ ਦਾ ਮਤਲਬ ਇੱਕ ਵੀ ਬਚਨ। ਸਭਨਾ ਮੈਂ ਸੱਚਾ ਧਣੀ, ਧਣੀ ਦਾ ਮਤਲਬ ਮਾਲਕ, ਕਿ ਸਾਰਿਆਂ ਦੇ ਅੰਦਰ ਮਾਲਕ ਵਸਦਾ ਹੈ, ਇਸ ਲਈ ਕਿਸੇ ਦੇ ਨਾਲ ਫਿੱਕਾ ਬੋਲ ਨਾ ਬੋਲ। ਇੱਕ ਫਿੱਕਾ ਨਾ ਗਾਲਾਏ, ਇੱਕ ਦਾ ਮਤਲਬ ਇੱਕ ਵੀ ਵਚਨ, ਨਾ ਗਾਲਾਏ ਦਾ ਮਤਲਬ ਨਾ ਬੋਲ, ਫਿੱਕਾ ਦਾ ਮਤਲਬ ਫਿੱਕਾ। ਸਭਨਾ ਮੈਂ ਸੱਚਾ ਧਣੀ ਦਾ ਮਤਲਬ ਸਭ ਦੇ ਅੰਦਰ ਰੱਬ ਵਸ ਰਿਹਾ ਹੈ, ਇੱਕ ਵੀ ਫਿੱਕਾ ਵਚਨ ਨਾ ਬੋਲ, ਕਿਉਂਕਿ ਸਭ ਦੇ ਅੰਦਰ ਰੱਬ ਵਸ ਰਿਹਾ ਹੈ। ਹੁਣ ਅਸੀਂ ਕਹਿੰਦੇ ਆ ਨਾ, ਸਭ ਮਹਿ ਜੋਤ, ਜੋਤ ਹੈ ਸੋਏ, ਸਾਰਿਆਂ ਵਿੱਚ ਜੋਤ ਹੈ, ਜੋ ਦਿਸ ਹੈ ਸੋ ਤੇਰਾ ਰੂਪ। ਤਾਂ ਦੇਖੋ, ਜੋ ਅਸੀਂ ਕਲਾਸ ਤੇ ਸ਼ੁਰੂ ਤੋਂ ਇਹ ਗੱਲ ਆਪਾਂ ਕਰਦੇ ਆ ਰਹੇ ਹਾਂ ਸਾਰੇ ਵੀਰ ਭੈਣਾਂ, ਕਿ ਸਾਡੀ ਬੋਲ ਬਾਣੀ ਕੈਸੀ ਹੋਣੀ ਚਾਹੀਦੀ। ਕਿ ਤੁਸੀਂ ਸਾਹਮਣੇ ਮੇਰੇ ਬੈਠੇ ਹੋ, ਜਿੰਨੇ ਵੀ ਕਰੀਬ 40 ਮੈਂਬਰ, ਤੇ ਇੱਕ ਦੇ ਨਾਲ ਕੋਈ ਹੋਰ ਵੀ ਹੋ ਸਕਦਾ ਹੈ, ਯਾਨੀ ਜਿਹੜੀ ਵੀ ਅਸੀਂ 50-60 ਮੈਂਬਰ ਹੈ, ਤਾਂ ਮੇਰਾ ਫਰਜ਼ ਬਣਦਾ ਹੈ ਨਾ ਕਿ ਜੋ 50-60 ਮੈਂਬਰ ਮੇਰੇ ਸਾਹਮਣੇ ਹੋ, ਤੁਹਾਡੇ ਨਾਲ ਮੈਂ ਕੋਈ ਫਿੱਕਾ ਬੋਲ ਨਾ ਬੋਲਾਂ। ਤੁਹਾਡੇ ਵਿੱਚ ਰੱਬ ਵਸ ਰਿਹਾ ਹੈ, ਤੁਸੀਂ ਇੱਕ ਦੂਜੇ ਨੂੰ ਫਿੱਕਾ ਬੋਲ ਨਾ ਬੋਲੋ। ਤੇ ਜੇ ਕੇਵਲ ਇਸ ਪੰਕਤੀ ਦੇ ਉੱਤੇ ਅਮਲ ਕਰ ਲਿਆ ਜਾਏ ਨਾ, ਘਰ ਪਰਿਵਾਰ ਦੇ ਮੈਂਬਰ ਸੱਚੇ ਔਰ ਪਿਆਰੇ ਬੋਲ ਬੋਲਣ ਲੱਗ ਜਾਣ, ਨੂੰ ਸੱਸ ਨੂੰ, ਸੱਸ ਨੂੰ ਭੈਣ ਭਰਾ ਨੂੰ, ਧੀਆਂ ਪੁੱਤਰ ਮਾਪਿਆਂ ਨੂੰ, ਮਾਪੇ ਧੀਆਂ ਪੁੱਤਰਾਂ ਨਾਲ, ਜੇਕਰ ਪਰਿਵਾਰ ਦੇ ਅੰਦਰ ਇਹ ਚੀਜ਼ ਅਪਣਾ ਲਈ ਜਾਏ ਤਾਂ ਕਿੰਨਾ ਸੋਹਣਾ ਪਰਿਵਾਰ ਹੋ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਫਿੱਕੇ ਬੋਲ ਨਾ ਬੋਲ, ਕਿਉਂਕਿ ਸਾਰਿਆਂ ਦੇ ਵਿੱਚ ਰੱਬ ਵਸਦਾ ਹੈ। ਹਿਆਓ ਨਾ ਕਹਿ ਹੀ ਠਾਹੇ, ਮਾਨਕ ਸਭ ਅਮੁੱਲਵੇ। ਹਿਆਓ ਦਾ ਮਤਲਬ ਹਿਰਦਾ, ਕਹਿਹੀ ਦਾ ਮਤਲਬ ਕਿਸੇ ਦਾ, ਠਾਹੇ ਦਾ ਮਤਲਬ ਢਾ ਨਾ। ਜਿਵੇਂ ਅਸੀਂ ਕਹਿੰਦੇ ਮੇਰਾ ਦਿਲ ਤੋੜ ਦਿੱਤਾ, ਦਿਲ ਤੋੜਨਾ ਯਾਨੀ ਦੁਖੀ ਕਰਨਾ ਮਾਨਸਿਕ ਤੌਰ ਤੇ ਮਾਨਕ ਦਾ ਮਤਲਬ ਮੋਤੀ, ਕਿਸੇ ਦਾ ਦਿਲ ਨਾ ਦੁਖਾ। ਹਿਆਓ ਨਾ ਕਹਿਹੀ ਠਾਹੇ ਦਾ ਮਤਲਬ ਕਿਸੇ ਦਾ ਦਿਲ ਨਾ ਦੁਖਾ। ਕਿਉਂ? ਕਿ ਮਾਨਕ ਸਭ ਅਮੁੱਲਵੇ, ਸਾਰੇ ਮਾਨਕ, ਸਾਰੇ ਮੋਤੀ ਕੀਮਤੀ ਨੇ। ਸਭ ਦਾ ਮਤਲਬ ਸਾਰੇ ਜੀਵ, ਸਾਰੇ ਇਸਤਰੀਆਂ ਪੁਰਸ਼, ਇਹ ਸਾਰੇ ਕੀਮਤੀ ਮੋਤੀ ਨੇ, ਮੋਤੀਆਂ ਵਰਗੇ ਕੀਮਤੀ ਨੇ। ਸਭ ਦੇ ਅੰਦਰ ਰੱਬ ਵਸਦਾ ਹੈ, ਇਸ ਲਈ ਕਿਸੇ ਦੇ ਨਾਲ ਫਿੱਕਾ, ਕੌੜਾ, ਅਪਮਾਨ ਵਾਲਾ ਬੋਲ ਨਾ ਬੋਲ, ਮਾੜੇ ਬੋਲ ਬੋਲ ਕੇ ਕਿਸੇ ਦਾ ਦਿਲ ਨਾ ਦੁਖਾ। ਜੇ ਤੂੰ ਰੱਬ ਦਾ ਭਗਤ ਹੋਣਾ ਚਾਹੁੰਦਾ ਹੈ, ਜੇ ਤੂੰ ਰੱਬੀ ਪ੍ਰੀਤ ਚਾਹੁੰਦਾ ਹੈ, ਤਾਂ ਦੇਖੋ ਜੇ ਇਸ ਕੱਲੇ ਸ਼ਲੋਕ ਦੇ ਉੱਤੇ ਹੀ ਲੋਕ ਅਮਲ ਕਰ ਲੈਣ, ਇਹ ਚੀਜ਼ ਨੂੰ ਇੰਪਲੀਮੈਂਟ ਕਰ ਲਿਆ ਜਾਏ, ਤਾਂ ਜ਼ਿੰਦਗੀ ਕਿੰਨੀ ਸੁਹਾਵਣੀ ਹੋ ਜਾਏਗੀ। ਔਰ ਹਕੀਕਤ ਹੈ ਕਿ ਜੀਵਨ ਬੜਾ ਸੁਹਾਵਣਾ ਹੋ ਸਕਦਾ ਹੈ, ਪੋਸੀਬਿਲਿਟੀ ਹੈ, ਪਰ ਅਸੀਂ ਇਧਰ ਕਦੇ ਧਿਆਨ ਹੀ ਨਹੀਂ ਦਿੱਤਾ। ਜ਼ਰੂਰਤ ਤਾਂ ਸੀ ਬਾਣੀ ਨੂੰ ਪੜ੍ਹ ਕੇ, ਵਿਚਾਰ ਕੇ ਅਮਲ ਕਰਨ ਦੀ। ਔਰ ਇਹ ਪਾਵਨ ਬਾਣੀ ਸਰਬ ਸਾਂਝੀ, ਸਰਬਦੇਸ਼ੀ, ਸਰਬਕਾਲੀ, ਸਾਰਿਆਂ ਵਾਸਤੇ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਇਸਤਰੀਆਂ, ਪੁਰਸ਼, ਬੱਚੀ, ਬੱਚੇ, ਜਵਾਨ, ਪੜ੍ਹੇ, ਅਨਪੜ੍ਹ, ਰਾਜਾ, ਪ੍ਰਜਾ, ਹਰ ਇੱਕ ਇਨਸਾਨ ਇਹਨਾਂ ਚੀਜ਼ਾਂ ਨੂੰ ਅਪਣਾ ਲਵੇ ਤਾਂ ਇਹ ਸੰਸਾਰ ਕਿੰਨਾ ਸੁਹਾਵਣਾ ਹੋ ਜਾਏਗਾ। ਸਭਨਾ ਮਨ ਮਾਣਿਕ, ਠਾਹਣ ਮੂਲ ਮਚਾਂਗਵਾ। ਮਚਾਂਗਵਾ ਦਾ ਮਤਲਬ ਚੰਗਾ, ਮਚਾਂਗਵਾ ਦਾ ਮਤਲਬ ਚੰਗਾ ਨਹੀਂ। ਠਾਹਣ ਦਾ ਮਤਲਬ ਢਾਣਾ, ਦੁਖਾਣਾ। ਸਭਨਾ ਦਾ ਮਤਲਬ ਸਾਰਿਆਂ ਵਿੱਚ। ਮਨ ਮਾਣਿਕ, ਮਾਣਿਕ ਦਾ ਮਤਲਬ ਮੋਤੀਆਂ ਵਰਗੇ ਕੀਮਤੀ। ਸਾਰੇ ਜੀਵਾਂ ਦੇ ਮਨ ਮੋਤੀਆਂ ਵਰਗੇ ਕੀਮਤੀ ਨੇ। ਠਾਹਣ ਮੂਲ ਮਚਾਂਗਵਾ, ਕਿਸੇ ਨੂੰ ਵੀ ਦੁਖਾਣਾ ਚੰਗਾ ਨਹੀਂ ਹੈ। ਭਾਵਨਾਵਾਂ ਦੇ, ਤੁਹਾਡੀਆਂ ਮੇਰੀਆਂ ਭਾਵਨਾਵਾਂ ਤੇ ਸਾਰਿਆਂ ਦੀਆਂ ਨਾ, ਮੈਂ ਚਾਹੁੰਦਾ ਕਿ ਮੈਨੂੰ ਸਤਿਕਾਰ ਮਿਲੇ, ਮੈਨੂੰ ਦੁਨੀਆ ਚੋਂ ਪਿਆਰ ਮਿਲੇ,
ਮੇਰੇ ਵਾਸਤੇ ਕੋਈ ਨਿਰਾਦਰ ਵਾਲਾ ਬੋਲ ਨਾ ਬੋਲੇ। ਜਦੋਂ ਕੋਈ ਸਾਡੇ ਵਾਸਤੇ ਨਿਰਾਦਰ ਵਾਲਾ ਬੋਲ ਬੋਲਦਾ ਤੇ ਅਸੀਂ ਕਿੰਨੇ ਦੁਖੀ ਹੁੰਦੇ ਹਾਂ। ਜ਼ਿੰਦਗੀ ਪਰ ਉਹਨਾਂ ਬੋਲਾਂ ਨੂੰ ਭੁੱਲ ਨਹੀਂ ਸਕਦੇ ਜਿਹੜੇ ਨਿਰਾਦਰ ਵਾਸਤੇ ਬੋਲੇ ਜਾਂਦੇ ਨੇ। ਹੁਣ ਦੇਖੋ, ਜੇ ਸਾਨੂੰ ਉਹ ਬੋਲ ਇੰਨੇ ਭੈੜੇ ਲੱਗਦੇ ਨੇ, ਸਾਨੂੰ ਉਹ ਦੁਖੀ ਕਰਦੇ ਨੇ, ਔਰ ਸਾਰੀ ਜ਼ਿੰਦਗੀ ਅਸੀਂ ਦੁਖੀ ਰਹਿੰਦੇ ਹਾਂ ਕਿਸੇ ਨੇ ਜੋ ਨਿਰਾਦਰ ਵਾਲੇ ਬੋਲ ਬੋਲੇ, ਤਾਂ ਦੂਜੇ ਵੀ ਬੰਦੇ ਹੀ ਨੇ ਸਿਸਟਮ ਤੇ, ਉੱਥੇ ਵੀ ਇਹ ਦੁੱਖ ਤੇ ਉਹਨਾਂ ਨੂੰ ਵੀ ਹੁੰਦਾ ਹੋਵੇਗਾ। ਸਾਰੇ ਹੀ ਮਾਨਕ ਮੋਤੀ ਨੇ, ਸਾਰੇ ਹੀ ਜਿਹੜੇ ਮਨ ਨੇ ਉਹ ਕੀਮਤੀ ਨੇ, ਮੋਤੀਆਂ ਵਰਗੇ ਨੇ। ਤੇ ਇਹਨਾਂ ਮੋਤੀਆਂ ਵਰਗੇ ਮਨਾਂ ਨੂੰ ਤੋੜਨਾ, ਗੁਲਾਬ ਵਰਗੇ ਫੁੱਲ ਵਰਗੇ ਮਨਾਂ ਨੂੰ ਮਸਲ ਦੇਣਾ, ਇਹ ਕੋਈ ਚੰਗਾ ਕੰਮ ਨਹੀਂ। ਸਭਨਾ ਮਨ ਮਾਨਿਕ ਠਾਹਣ ਮੂਲ ਮਚਾਂਗਵਾ। ਸਾਰੇ ਹੀ ਮਨ ਕੀਮਤੀ ਮੋਤੀ ਨੇ, ਸਾਰਿਆਂ ਦੇ ਅੰਦਰ ਰੱਬ ਹੈ, ਰੱਬ ਦੀ ਜੋਤ ਹੈ, ਰੱਬ ਦਾ ਸਰੂਪ ਹੈ, ਜਾਂ ਜਿਹੜਾ ਮਰਜ਼ੀ ਸ਼ਬਦ ਤੁਸੀਂ ਵਰਤ ਲਓ। ਕਿਸੇ ਨੂੰ ਵੀ ਦੁਖਾਣਾ ਬਹੁਤ ਮਾੜਾ ਹੈ, ਚੰਗਾ ਨਹੀਂ। ਕਿਸੇ ਨੂੰ ਦੁਖਾਣਾ ਕਿਸੇ ਰੂਪ ਵਿੱਚ ਵੀ, ਕਿਸੇ ਦੀਆਂ ਚੰਗੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣੀ ਚੰਗਾ ਨਹੀਂ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਤੋ ਪ੍ਰਿਆ ਦੀ ਸਿੱਖ, ਇਹਨੂੰ ਤੋਂ ਪੜਨਾ ਹੈ, ਜੇ ਤੋਂ ਪ੍ਰਿਆ ਦੀ ਸਿੱਖ। ਪ੍ਰਿਆ ਬਿੰਦੀ ਲਾ ਕੇ ਨਹੀਂ ਬੋਲਣਾ, ਪ੍ਰਿਆ। ਤੋਂ ਦਾ ਮਤਲਬ ਤੈਨੂੰ, ਸਿੱਖ ਦਾ ਮਤਲਬ ਚਾਹਤ, ਤਾਂਗ। ਜੇ ਤੈਨੂੰ ਪਿਆਰੇ ਰੱਬ ਦੇ ਨਾਲ ਮਿਲਣ ਦੀ ਚਾਹਤ ਹੈ, ਤਾਂਗ ਹੈ। ਜੇ ਤੂੰ ਚਾਹੁੰਦਾ ਹੈ ਕਿ ਮੈਂ ਰੱਬ ਦੇ ਨਾਲ ਮਿਲ ਜਾਵਾਂ, ਮੈਂ ਰੱਬ ਵਿੱਚ ਅਭੇਦ ਹੋ ਜਾਵਾਂ, ਰੱਬ ਨੂੰ ਪਾ ਲਵਾਂ, ਜਿਹੜਾ ਮਰਜ਼ੀ ਸ਼ਬਦਾਵਲੀ ਦਾ ਫਰਕ ਹੈ, ਭਾਵਨਾ ਨੂੰ ਸਮਝਣਾ ਹੈ ਕਿ ਮੈਂ ਰੱਬ ਵਰਗਾ ਹੋ ਜਾਵਾਂ, ਰੱਬ ਵਰਗੀ ਮੇਰੀ ਸੋਚ ਹੋ ਜਾਏ, ਰੱਬ ਵਿੱਚ ਮੈਂ ਅਭੇਦ ਹੋ ਜਾਵਾਂ, ਰੱਬ ਨੂੰ ਪਾ ਲਵਾਂ, ਕੋਈ ਵੀ ਸ਼ਬਦ ਵਰਤ ਲਓ। ਜੇ ਤੂੰ ਪ੍ਰਿਆ ਦੀ ਸਿੱਖ, ਜੇ ਤੈਨੂੰ ਰੱਬ ਦੇ ਨਾਲ ਮਿਲਣ ਦੀ ਤਾਂਘ ਹੈ, ਜੇ ਤੂੰ ਰੱਬ ਦਾ ਭਗਤ ਅਖਵਾਉਣਾ ਚਾਹੁੰਦਾ ਹੈ, ਬਣਨਾ ਚਾਹੁੰਦਾ ਹੈ, ਰੱਬ ਦੇ ਵਿੱਚ ਅਭੇਦ ਹੋਣਾ ਚਾਹੁੰਦਾ ਹੈ, ਹਿਆਓ ਨਾ ਠਾਹੇ ਕਹੀਦਾ, ਤਾਂ ਫਿਰ ਕਿਸੇ ਦਾ ਦਿਲ ਨਾ ਤੋੜ, ਕਿਸੇ ਦਾ ਦਿਲ ਨਾ ਦੁਖਾ, ਕਿਸੇ ਨੂੰ ਦੁੱਖ ਨਾ ਦੇ। ਫਿਰ ਕਿਸੇ ਨੂੰ ਦੁੱਖ ਨਾ ਦੇ। ਜੇ ਤੈਨੂੰ ਰੱਬ ਦੇ ਨਾਲ ਮਿਲਣ ਦੀ ਚਾਹਤ ਹੈ ਤਾਂ ਕਿਸੇ ਦਾ ਦਿਲ ਨਾ ਦੁਖਾ, ਸਗੋਂ ਕਿਸੇ ਨੂੰ ਖੁਸ਼ੀ ਦੇ, ਕਿਸੇ ਨੂੰ ਪਿਆਰ ਦੇ, ਮੁਹੱਬਤ ਦੇ, ਕਿਸੇ ਨੂੰ ਜੀਵਨ ਦੇ ਅੰਦਰ ਪੋਜ਼ਿਟਿਵ ਥਿੰਕਿੰਗ ਦੇ, ਕਿਸੇ ਨੂੰ ਖੁਸ਼ੀ ਦੇ ਕਿ ਤੇਰੀ ਜ਼ਿੰਦਗੀ ਅੰਦਰ ਵੀ ਖੁਸ਼ੀ ਆਏਗੀ। ਤੇ ਜੇ ਰੱਬ ਦੇ ਨਾਲ ਮਿਲਣ ਦੀ ਤਾਂਘ ਹੈ ਨਾ, ਫਿਰ ਕਿਸੇ ਦਾ ਦਿਲ ਨਾ ਦੁਖਾ। ਤਾਂ ਮੈਂ ਇਹਨਾਂ ਸ਼ਲੋਕਾਂ ਨੂੰ ਇੱਕ ਵਾਰ ਫਿਰ ਆਪ ਦੇ ਨਾਲ ਦੁਬਾਰਾ ਥੋੜੇ ਜਿਹੇ ਲਫ਼ਜ਼ਾਂ ਦੇ ਅੰਦਰ ਸਾਂਝੇ ਕਰਦੇ ਹਾਂ। ਇਹ ਰੱਬ ਦੀ ਭਗਤੀ ਦੀ ਪ੍ਰੋੜਤਾ ਕਰ ਰਹੇ ਨੇ, ਔਰ ਦੱਸ ਰਹੇ ਨੇ ਰੱਬ ਦੀ ਭਗਤੀ ਹੈ ਕੀ ਹੈ। ਪਹਿਲੀ ਗੱਲ, ਮਤ ਹੁੰਦਿਆਂ ਧਿਆਨਾ ਹੋਣਾ ਹੈ, ਯਾਨੀ ਆਪਣੀ ਮਤ ਦਾ, ਗਿਆਨ ਦਾ ਮਿਸਯੂਜ਼ ਨਹੀਂ ਕਰਨਾ। ਅਕਲ ਦੇ ਬਲ ਦੇ ਨਾਲ ਕਿਸੇ ਦੂਜੇ ਦਾ ਇਮੋਸ਼ਨਲ ਬਲੈਕਮੇਲ, ਆਰਥਿਕ ਮਾਨਸਿਕ ਸ਼ੋਸ਼ਣ ਨਹੀਂ ਕਰਨਾ, ਗਿਆਨ ਦੀ ਸਹੀ ਵਰਤੋਂ ਕਰਨੀ। ਦੂਜੀ ਹੈ ਕਿ ਤਾਕਤ ਦੇ ਹੁੰਦਿਆਂ ਨਿਤਾਣਾ ਹੋਣਾ, ਮਤਲਬ ਆਪਣੇ ਬਲ ਦਾ ਮਿਸਯੂਜ਼ ਨਾ ਕਰਕੇ ਦੂਜਿਆਂ ਤੇ ਧੱਕਾ ਨਹੀਂ ਕਰਨਾ। ਬੰਦੇ ਨੂੰ ਬੰਦਾ ਸਮਝਣਾ ਹੈ ਔਰ ਬੰਦਾ ਬਣ ਕੇ ਰਹਿਣਾ ਹੈ, ਧੱਕਾ ਨਹੀਂ ਕਿਸੇ ਤੇ ਕਰਨਾ, ਜ਼ੁਲਮ ਨਹੀਂ ਕਰਨਾ। ਅਣਹੋਂਦੇ ਆਪ ਵੰਡਾਏ ਦਾ ਮਤਲਬ ਕਿ ਜੇਕਰ ਸਾਡੇ ਕੋਲ ਕੁਝ ਘੱਟ ਵੀ ਹੈ ਤਾਂ ਕਿਸੇ ਦੂਜੇ ਦਾ ਸਹਿਯੋਗ ਕਰਨ ਦਾ ਯਤਨ ਕਰਨਾ ਹੈ। ਜੇ ਲੋੜ ਹੈ ਕਿਸੇ ਨੂੰ ਤੇ ਅਸੀਂ ਜਿੰਨੀ ਵੀ ਥੋੜੀ ਬਹੁਤੀ ਘੱਟ ਤੋਂ ਘੱਟ ਵੀ ਜੋ ਵੀ ਕਰ ਸਕਦੇ ਹਾਂ, ਕਿਸੇ ਦਾ ਸਹਿਯੋਗ ਕਰਨਾ ਹੈ। ਕਿਸੇ ਦੇ ਕੰਮਾਂ ਵਿੱਚ ਲੱਤ ਅੜਾਣੀ ਨਹੀਂ, ਸਗੋਂ ਉਹਦਾ ਸਹਿਯੋਗ ਕਰਨਾ ਹੈ। ਐਸਾ ਇਨਸਾਨ ਹੀ ਰੱਬ ਦਾ ਭਗਤ ਹੈ, ਉਹੀ ਰੱਬ ਦਾ ਪਿਆਰ ਪਾਉਣ ਦਾ ਹੱਕਦਾਰ ਹੈ। ਦੂਜੀ ਗੱਲ ਕਿ ਕਿਸੇ ਦਾ ਦਿਲ ਨਹੀਂ ਦੁਖਾਣਾ, ਫਿੱਕਾ ਨਾ ਗਾਲਾਏ, ਬੋਲ ਫਿੱਕੇ ਨਹੀਂ ਬੋਲਣੇ, ਜ਼ਬਾਨ ਤੇ ਕੰਟਰੋਲ ਜ਼ਰੂਰ ਕਰਨਾ, ਆਪਣੀ ਬੋਲ ਬਾਣੀ ਸੁਧਾਰਨੀ ਹੈ। ਬੋਲ ਬਾਣੀ ਵਿੱਚ ਨਿਮਰਤਾ, ਮੈਂ ਕੱਲ ਵੀ ਬੇਨਤੀ ਕੀਤੀ ਸੀ ਨਾ, ਕੌੜਾ ਬੋਲਣ ਵਾਲਿਆਂ ਦਾ ਸ਼ਹਿਦ ਵੀ ਨਹੀਂ ਵਿਕਦਾ ਤੇ ਮਿੱਠਾ ਬੋਲਣ ਵਾਲਿਆਂ ਦੀਆਂ ਮਿਰਚਾਂ ਵੀ ਵਿਕ ਜਾਂਦੀਆਂ। ਬੋਲ, ਇਸ ਲਈ ਆਪਣੇ ਵਰਡਿੰਗ ਨੂੰ ਸੁਧਾਰਨਾ ਹੈ, ਬੋਲ ਬਾਣੀ ਨੂੰ ਸੁਧਾਰਨਾ ਹੈ, ਮਿੱਠੇ ਬੋਲ ਬੋਲਣੇ ਨੇ। ਐਸਾ ਬੋਲਣਾ ਜਿਸ ਦੇ ਨਾਲ ਅਗਲੇ ਦਾ ਦਿਲ ਦੁਖੇ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਜਿਵੇਂ ਤੁਹਾਨੂੰ ਕੋਈ ਨਿਰਾਦਰੀ ਵਾਲਾ ਬੋਲ ਬੋਲੇ ਤੇ ਦੁੱਖ ਹੁੰਦਾ ਨਾ, ਤੁਸੀਂ ਤੜਪਦੇ ਹੋ, ਐਵੇਂ ਹੀ ਦੂਜਾ ਵੀ ਤੜਪਦਾ ਹੈ। ਉਹਨਾਂ ਦਾ ਵੀ ਮਨ ਜਿਹੜਾ ਹੈ ਉਹ ਮਾਣਿਕ ਹੈ, ਹਰ ਹਿਰਦੇ ਵਿੱਚ ਰੱਬ ਬੈਠਾ ਹੈ, ਇਸ ਲਈ ਕਿਸੇ ਦਾ ਦਿਲ ਨਹੀਂ ਦੁਖਾਣਾ। ਸਾਰੇ ਹੀ ਮਨ ਜਿਹੜੇ ਨੇ ਉਹ ਅਮੁੱਲਕ ਨੇ, ਮਾਣਿਕ ਨੇ,
ਅਨੰਤ ਗੁਣ ਹਰ ਇਨਸਾਨ ਦੇ ਅੰਦਰ ਭਰੇ ਪਏ ਨੇ ਜੇ ਉਹ ਯੂਜ਼ ਕਰਨ ਦਾ ਯਤਨ ਕਰੇ। ਸਭਨਾ ਮਨ ਮਾਣਿਕ, ਸਾਰਿਆਂ ਦੇ ਹੀ ਮਨ ਬੜੇ ਕੀਮਤੀ ਨੇ, ਮੋਤੀ ਨੇ। ਬਾਕੀ ਦੇ ਵੀ ਤੇਰੇ ਵਰਗੇ ਇਨਸਾਨ ਨੇ, ਤੂੰ ਵੀ ਇਨਸਾਨਾਂ ਵਰਗਾ ਇਨਸਾਨ ਹੈ। ਹਰ ਇੱਕ ਦਾ ਮਨ ਮੋਤੀ ਹੈ, ਕੀਮਤੀ ਹੈ। ਯਾਨੀ ਹਰ ਇਨਸਾਨ ਦੇ ਅੰਦਰ ਰੱਬੀ ਗੁਣ ਮੌਜੂਦ ਨੇ ਜੇ ਉਹਨਾਂ ਨੂੰ ਯੂਜ਼ ਕਰੇ। ਠਾਹਣ ਮੂਲ ਮਚਾਂਗਵਾ, ਕਿਸੇ ਨੂੰ ਵੀ ਕਿਸੇ ਦਾ ਦਿਲ ਤੋੜਨਾ, ਦੁੱਖ ਪਹੁੰਚਾਣਾ ਇਹ ਚੰਗਾ ਨਹੀਂ ਹੈ, ਇਹ ਬਹੁਤ ਮਾੜਾ ਕਰਮ ਹੈ। ਜੇ ਤੋਂ ਕਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ, ਜੇ ਤੈਨੂੰ ਰੱਬ ਦੇ ਨਾਲ ਮਿਲਣ ਦੀ ਤਾਂਘ ਹੈ ਤਾਂ ਇੱਕੋ ਹੀ ਕੰਮ ਹੈ ਕਿ ਕਿਸੇ ਦਾ ਦਿਲ ਨਾ ਦੁਖਾ, ਕਿਸੇ ਨੂੰ ਦੁੱਖ ਨਾ ਦੇ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਕਿਉਂਕਿ ਅਸੀਂ ਇਹ ਸਮਾਂ ਹਰ ਵਾਰੀ ਰੱਖੀਦਾ ਕਿ ਜੋ ਅਸੀਂ ਵਿਚਾਰ ਕੀਤੇ ਨੇ ਉਹਨਾਂ ਵਿੱਚੋਂ ਸਾਨੂੰ ਕੀ ਕੁਝ ਨਵਾਂ ਮਿਲਿਆ ਹੈ, ਇਸ ਵਾਸਤੇ ਅੱਜ ਹੁਣ ਬਾਕੀ ਦਾ ਸਮਾਂ ਜਿਹੜਾ ਹੈ ਉਹ ਸਾਰਾ ਆਪ ਸਾਰਿਆਂ ਦਾ ਹੈ। ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰ। ਅੱਜ ਦੇ ਇਹਨਾਂ ਸ਼ਲੋਕਾਂ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੈ, ਕਿਸੇ ਦੀ ਕੋਈ ਸਮਝ ਵਿੱਚ ਨਹੀਂ ਆਇਆ, ਤਾਂ ਸਭ ਤੋਂ ਪਹਿਲਾਂ ਤਾਂ ਉਹ ਸਵਾਲ ਪੁੱਛ ਲੈਣਾ। ਉਸ ਤੋਂ ਬਾਅਦ ਸਾਰੇ ਹੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਬਾਬਾ ਫਰੀਦ ਜੀ ਦੇ ਸ਼ਲੋਕ ਜੋ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਰਵਣ ਕੀਤੇ ਨੇ, ਸਾਰਿਆਂ ਨੇ ਮਿਲ ਕੇ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਅੰਦਰੋਂ ਜੇ ਆਪ ਨੂੰ ਕੁਝ ਨਵਾਂ ਮਿਲਿਆ ਹੋਵੇ ਜਾਂ ਜੋ ਆਪ ਨੂੰ ਸਮਝ ਆਈ ਹੈ ਨਵੀਂ, ਜਾਂ ਜੋ ਜ਼ਿੰਦਗੀ ਦੇ ਅੰਦਰ ਚੇਂਜਿੰਗ ਕਰਨ ਵਾਸਤੇ ਸਾਨੂੰ ਵਿਚਾਰ ਮਿਲੇ ਨੇ, ਜਾਂ ਕਿਸੇ ਨੇ ਕੋਈ ਚੇਂਜਿੰਗ ਕੀਤੀ ਹੈ ਜਾਂ ਕਰਨ ਦੀ ਸੋਚੀ ਹੈ, ਤਾਂ ਇਹ ਸਾਰੀਆਂ ਵਿਚਾਰਾਂ ਅਸੀਂ ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਸਾਂਝੀਆਂ ਕਰਨੀਆਂ ਨੇ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ, ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੋ ਆਪ ਇੰਨਾ ਪਿਆਰ ਬਖਸ਼ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ